ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 48ਵੇਂ ਵਿੱਚ ਅੱਜ ਆਪਾਂ ਗੁਰੂ ਜੀ ਦੇ ਨੌਰੰਗੇ ਨਾਲ ਪ੍ਰਸ਼ਨ ਉੱਤਰ ਇਸ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪਿਆਰ ਸਤਿਕਾਰ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਬੰਦਨਾਯੋਗ ਹਨ, ਸ਼ਾਂਤੀ ਮੱਤ ਵਾਲੇ ਪ੍ਰਭੂ ਜੀ ਬੈਠੇ ਹਨ। ਸਾਰੇ ਲੋਕ ਵੇਖ ਰਹੇ ਹਨ। ਤੁਰਕ ਬਾਦਸ਼ਾਹ ਵਿੱਚ ਵੱਡਾ ਹੰਕਾਰ ਸੀ। ਦੁਸ਼ਟ ਨੌਰੰਗਾ ਬਹੁਤ ਭੈੜੇ ਚਾਲਿਆਂ ਵਾਲਾ ਸੀ। ਮਾੜੀ ਮੱਤ ਵਾਲਾ ਆਪਣਾ ਦੀਨ ਵਧਾਉਣਾ ਚਾਹੁੰਦਾ ਹੈ ਅਤੇ ਹਿੰਦੂ ਮਾਰਗ ਨੂੰ ਜੱਗ ਵਿੱਚੋਂ ਖਤਮ ਕਰਨਾ ਚਾਹੁੰਦਾ ਹੈ। ਪਰਮੇਸ਼ਰ ਨਾਲ ਮੁਕਾਬਲਾ ਕਰਦਾ ਹੈ। ਮਹਾਮੂਰਖ ਦੀ ਬੁੱਧੀ ਹੰਕਾਰ ਨਾਲ ਭਰੀ ਹੋਈ ਹੈ। ਜਿਸ ਦੇ ਰਾਜ ਵਿੱਚ ਕੋਈ ਆਕੀ ਨਹੀਂ ਹੈ, ਉਸਨੇ ਕਿਸੇ ਵੈਰੀ ਬਾਰੇ ਕੰਨਾਂ ਨਾਲ ਸੁਣਿਆ ਨਹੀਂ ਹੈ। ਚਾਰੇ ਪਾਸੇ ਜਿਸ ਦੀ ਫੌਜ ਫਿਰਦੀ ਹੈ, ਸਾਰਾ ਦੇਸ਼ ਸਦਾ ਹੀ ਆਗਿਆ ਅਨੁਸਾਰ ਰਹਿੰਦਾ ਹੈ, ਮਾਰਦਾ ਹੈ, ਬੰਨ੍ਹਦਾ ਹੈ ਅਤੇ ਧਨ ਦੌਲਤ ਖੋਹ ਲੈਂਦਾ ਹੈ। ਸਾਰੇ ਰਾਜਿਆਂ ਨੂੰ ਉਸਨੇ ਆਪਣੇ ਵੱਸ ਵਿੱਚ ਕੀਤਾ ਹੈ। ਜਿਵੇਂ ਰਾਵਣ ਤਿੰਨਾਂ ਲੋਕਾਂ ਦਾ ਰਾਜਾ ਸੀ, ਤਿਵੇਂ ਇਸ ਸਮੇਂ ਇਹ ਉਤਨੇ ਹੀ ਸਾਜ਼ੋ ਸਮਾਨ ਸਹਿਤ ਹੈ। ਚਾਰੇ ਪਾਸੇ ਮਨੁੱਖ ਹੱਥ ਜੋੜ ਕੇ ਖਲੋਤੇ ਰਹਿੰਦੇ ਹਨ। ਜਿਹੜੇ ਵੱਡੇ ਵੱਡੇ ਰਾਜੇ ਹਨ, ਇਹ ਸਭ ਦਾ ਸ਼੍ਰੋਮਣੀ ਹੈ। ਸ਼੍ਰੀ ਸਤਿਗੁਰੂ ਜੀ ਉਸ ਨੂੰ ਕਹਿਣ ਲੱਗੇ, ਦਿੱਲੀ ਦੇ ਬਾਦਸ਼ਾਹ ਸਾਨੂੰ ਕੀ ਕਹਿੰਦੇ ਹਨ? ਕਿਹੜਾ ਕਾਰਜ ਹੈ ਜਿਹੜਾ ਸਾਡੇ ਵੱਸ ਵਿੱਚ ਹੈ, ਜਿਹੜਾ ਤੁਹਾਥੋਂ ਪੂਰਾ ਨਹੀਂ ਹੋਇਆ ਹੈ? ਖੋਟੇ ਕਰਮ ਕਰਨ ਵਾਲਾ ਮੂਰਖ, ਅਭਿਮਾਨੀ ਅਤੇ ਧਰਮ ਨਾਸ਼ ਕਰਨ ਵਰਗਾ ਮਹਾ ਪਾਪ ਕਰਨ ਵਾਲਾ ਨੌਰੰਗਾ ਸੁਣ ਕੇ ਬੋਲਿਆ, ਜਿਹੜਾ ਮੇਰਾ ਕੰਮ ਹੈ ਉਹ ਮੈਂ ਕਹਿੰਦਾ ਹਾਂ, ਉਸ ਬਾਰੇ ਅੱਜ ਤੁਸੀਂ ਸੁਣੋ। ਸਾਰਾ ਜੱਗ ਮੁਸਲਮਾਨ ਕਰ ਦੇਣਾ ਹੈ। ਸਭ ਨੂੰ ਇੱਕਸਾਰ ਵੇਖਣਾ ਹੈ। ਧਰਤੀ ਉੱਤੇ ਕੋਈ ਹਿੰਦੂ ਨਹੀਂ ਰਹੇਗਾ। ਇਹ ਨਿਸ਼ਚਾ ਅਸੀਂ ਦ੍ਰਿੜ ਕੀਤਾ ਹੋਇਆ ਹੈ। ਹਿੰਦੂਆਂ ਦਾ ਧਰਮ ਕੱਚਾ ਅਤੇ ਝੂਠਾ ਹੈ। ਸਾਰੇ ਮੂਰਖ ਮਿਲ ਕੇ ਝੂਠ ਬੋਲਦੇ ਹਨ। ਇਹਨਾਂ ਨੂੰ ਖੁਦਾ ਦੇ ਰਾਹ 'ਤੇ ਚਲਾਵਾਂਗਾ। ਇਹਨਾਂ ਨੂੰ ਨਰਕਾਂ ਵਿੱਚ ਡਿੱਗਦਿਆਂ ਨੂੰ ਬਚਾ ਲਵਾਂਗਾ। ਦੀਨ ਵਿੱਚ ਹੋ ਕੇ ਕਲਮਾ ਪੜ੍ਹਨਗੇ, ਸ਼ਰ੍ਹਾ ਵਿੱਚ ਚੱਲ ਕੇ ਨੇਕੀ ਪ੍ਰਾਪਤ ਕਰਨਗੇ, ਰੋਜ਼ੇ, ਈਦ, ਨਮਾਜ਼ ਅਤੇ ਕੁਰਾਨ ਨੂੰ ਈਮਾਨ ਦੇ ਨਾਲ ਧਾਰਨਗੇ। ਜਿਹੜੇ ਮੇਰੇ ਕਹਿਣ 'ਤੇ ਮੁਸਲਮਾਨ ਹੋਣਗੇ, ਉਹਨਾਂ ਨੂੰ ਬਹੁਤ ਪਦਾਰਥ ਦਿਆਂਗਾ। ਨਹੀਂ ਤਾਂ ਧਨ ਲੈ ਕੇ ਮੁਸਲਮਾਨ ਹੋ ਜਾਣ ਜਾਂ ਆਪਣੇ ਝਗੜੇ ਜਿਤਾ ਲੈਣ। ਉਹਨਾਂ ਨੂੰ ਮੈਂ ਜ਼ਮੀਨ ਇਨਾਮ ਵਿੱਚ ਦਿੰਦਾ ਹਾਂ। ਜਿਹੜੇ ਖੁਸ਼ੀ ਨਾਲ ਸ਼ਰ੍ਹਾ ਧਾਰਨ ਕਰ ਲੈਣਗੇ, ਜਾਂ ਕਿਸੇ ਤੁਰਕ ਦੀ ਕੋਈ ਪੁੱਤਰੀ ਹੋਵੇ, ਸੁੰਦਰ ਵੇਖ ਕੇ ਕੋਈ ਮੰਗਣਾ ਚਾਹੇ, ਆਪਣੀ ਪੁੱਤਰੀ ਤੱਕ ਉਸ ਨੂੰ ਅਰਪਣ ਕਰਾਂਗਾ। ਜਿਹੜਾ ਵੀ ਕੋਈ ਹਿੰਦੂ ਸ਼ਰ੍ਹਾ ਵਿੱਚ ਆਵੇ, ਪੁੱਤਰੀ, ਧਨ ਆਦਿ ਸਭ ਦੇ ਕੇ ਜਿਵੇਂ ਕਿਵੇਂ ਕਰਕੇ ਇਸ ਦਿਲ ਨੂੰ ਪ੍ਰਸੰਨ ਕਰਾਂਗਾ। ਹਿੰਦੂਆਂ ਨੂੰ ਦੀਨ ਅਤੇ ਸ਼ਰ੍ਹਾ ਵਿੱਚ ਲਿਆਵਾਂਗਾ। ਇਸ ਨੂੰ ਹੀ ਮੈਂ ਵੱਡਾ ਉਪਕਾਰ ਜਾਣਦਾ ਹਾਂ। ਸਾਰੇ ਮਜ਼ਹਬ ਵਿੱਚ ਇਹ ਮਹਾਂ ਸਵਾਬ ਹੈ। ਚੰਗੇ ਨਿਯਮ ਹਨ ਜਿਸ ਦੀ ਖੁਦਾ ਸਿਫਤ ਕਰਦਾ ਹੈ। ਅਸਲ ਵਿੱਚ ਇਹੋ ਮੇਰਾ ਕਾਰਜ ਹੈ। ਜੋ ਮੇਰੇ ਹੁਕਮ ਨੂੰ ਮੋੜਦਾ ਹੈ ਅਤੇ ਮੰਨਦਾ ਨਹੀਂ, ਮੈਂ ਉਸ ਨੂੰ ਦੁਸ਼ਮਣ ਸਮਝਦਾ ਹਾਂ। ਉਸ ਦੇ ਨਾਲ ਮੈਂ ਸਦਾ ਵੈਰ ਕਰਦਾ ਹਾਂ ਅਤੇ ਸਾਰੀਆਂ ਰੀਤੀਆਂ ਨਾਲ ਫਿਰ ਮੈਂ ਭੈੜੀ ਨੀਤ ਧਾਰਨ ਕਰਦਾ ਹਾਂ। ਜਿਹੜਾ ਸ਼ੁਭ ਹੋ ਕੇ ਮੇਰਾ ਕਿਹਾ ਮੰਨਦਾ ਹੈ, ਸਾਰੇ ਦੀਨ ਵਿੱਚ ਆਉਣ ਵਾਸਤੇ ਚਿੱਤ ਵਿੱਚ ਆਉਂਦਾ ਹੈ,
ਉਹ ਸਾਡੇ ਭਰਾ ਦੇ ਸਮਾਨ ਹਨ, ਸਭ ਰੀਤੀਆਂ ਨਾਲ ਮਹਾਨ ਸੁੱਖ ਪ੍ਰਾਪਤ ਕਰਦਾ ਹੈ। ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਜਿਵੇਂ ਖੁਦਾ ਦੀ ਅਭਿਲਾਸ਼ਾ ਹੁੰਦੀ ਹੈ, ਸਾਨੂੰ ਤੁਹਾਨੂੰ ਉਸ ਤਰ੍ਹਾਂ ਮੰਨਣਾ ਚਾਹੀਦਾ ਹੈ ਜਿਸ ਖੁਦਾ ਦੇ ਬਰਾਬਰ ਹੋਰ ਕੋਈ ਨਹੀਂ ਹੈ। ਜੇ ਪ੍ਰਭੂ ਚਾਹੇ ਤਾਂ ਹਿੰਦੂ ਜਨਮ ਹੀ ਨਾ ਲਵੇ, ਦਿਨ ਰਾਤ ਤੁਰਕ ਹੀ ਜਨਮ ਲੈਂਦੇ ਰਹਿਣ, ਪਰ ਜਿੱਥੇ ਕਿੱਥੇ ਦੋਵੇਂ ਪੈਦਾ ਹੁੰਦੇ ਹਨ, ਇਹ ਜਾਣ ਲਵੋ ਪਰਮਾਤਮਾ ਇਸ ਜੱਗ ਵਿੱਚ ਦੋਵਾਂ ਨੂੰ ਰੱਖਦਾ ਹੈ। ਜੇ ਤੁਸੀਂ ਕਹੋ ਕਿ ਇਸ ਗੱਲ ਨੂੰ ਕਿਵੇਂ ਜਾਣੀਏ, ਉਸ ਬਾਰੇ ਸੁਣੋ। ਇਸ ਵਿਧੀ ਅਨੁਸਾਰ ਕਰੋ। 5 ਮਣ ਕਾਲੀਆਂ ਮਿਰਚਾਂ ਲਵੋ, ਉਹਨਾਂ ਨੂੰ ਸੁਧਾਰ ਕੇ ਇੱਕ ਥਾਂ ਢੇਰੀ ਲਾ ਦਿਓ। ਉਹਨਾਂ ਦੇ ਚਾਰੇ ਪਾਸੇ ਬਹੁਤ ਬਾਲਣ ਰੱਖ ਦਿਓ ਤੇ ਲੱਕੜਾਂ ਨੂੰ ਜੋੜ ਕੇ ਅਗਨੀ ਜਲਾਓ। 8 ਪਹਿਰ ਤੱਕ ਸਾੜਦੇ ਰਹੋ, ਫਿਰ ਅਸੀਂ ਉੱਤਰ ਦਿਆਂਗੇ, ਉਸ ਨੂੰ ਸੁਣ ਲੈਣਾ। ਇਸ ਤਰ੍ਹਾਂ ਨੌਰੰਗੇ ਨੇ ਗੱਲ ਮੰਨ ਲਈ। ਗੁਰੂ ਜੀ ਬਾਹਰ ਆ ਗਏ। ਚੌਕੀਦਾਰ ਉਹਨਾਂ ਦੇ ਨਾਲ ਹੀ ਸਨ। ਉਹ ਉਹਨਾਂ ਨੂੰ ਜੇਲ੍ਹ ਵਿੱਚ ਲੈ ਗਏ। ਸਤਿਗੁਰੂ ਜੀ ਉੱਥੇ ਸੁੱਖ ਨਾਲ ਰਹਿ ਪਏ। ਆਪਣੇ ਨੌਕਰ ਨੂੰ ਨੌਰੰਗੇ ਨੇ ਕਿਹਾ, 5 ਮਣ ਚੰਗੀਆਂ ਕਾਲੀਆਂ ਮਿਰਚਾਂ ਲਿਆਓ, ਉਹਨਾਂ ਦੇ ਚਾਰੇ ਪਾਸੇ ਅੱਗ ਬਾਲੋ। 8 ਪਹਿਰ ਤੱਕ ਉਹਨਾਂ ਨੂੰ ਚੰਗੀ ਤਰ੍ਹਾਂ ਸਾੜੋ, ਜਿਵੇਂ ਉਹ ਸੁਆਹ ਬਣ ਜਾਣ। ਇਹ ਸੁਣ ਕੇ ਉਸੇ ਵਿਧੀ ਅਨੁਸਾਰ ਹੀ ਕੀਤਾ ਗਿਆ। ਇੱਕ ਦਿਨ ਰਾਤ ਅੱਗ ਬਲਦੀ ਰਹੀ। ਜਦ ਉਸ ਦੀ ਸੁਆਹ ਚੰਗੀ ਤਰ੍ਹਾਂ ਠੰਡੀ ਹੋ ਗਈ ਤਾਂ ਨੌਰੰਗੇ ਨੂੰ ਜਾ ਕੇ ਖਬਰ ਦਿੱਤੀ। ਜਦ ਤੁਰਕ ਬਾਦਸ਼ਾਹ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਗੁਰੂ ਜੀ ਨੂੰ ਬੁਲਾ ਲਿਆ, ਪਾਸ ਬਿਠਾ ਕੇ ਸਾਰੀ ਗੱਲ ਸੁਣਾਈ। ਅਸੀਂ ਉਸ ਤਰ੍ਹਾਂ ਹੀ ਕੀਤਾ ਹੈ ਜਿਵੇਂ ਤੁਸੀਂ ਦੱਸਿਆ ਹੈ। ਮੈਨੂੰ ਹੁਣ ਉਹ ਉੱਤਰ ਦਿਓ ਜਿਸ ਕਰਕੇ ਸਾਰਾ ਜੱਗ ਇੱਕ ਸਮਾਨ ਹੋ ਜਾਵੇ। ਤੁਸੀਂ ਆਪ ਜੇ ਅੰਗੀਕਾਰ ਕਰੋਗੇ ਤਾਂ ਤੁਹਾਡਾ ਜਿਹੜਾ ਮਹਾਨ ਮਨੋਰਥ ਹੈ ਉਹ ਮੈਂ ਸਾਰਾ ਫਿਰ ਪੂਰਾ ਕਰਾਂਗਾ। ਤੁਹਾਨੂੰ ਵੇਖ ਕੇ ਫਿਰ ਸਾਰੇ ਦੀਨ ਵਿੱਚ ਆ ਜਾਣਗੇ। ਸਤਿਗੁਰੂ ਜੀ ਨੇ ਕਿਹਾ, ਜੋ ਮਿਰਚਾਂ ਦੀ ਸੁਆਹ ਹੈ ਉਸ ਨੂੰ ਮਨੁੱਖ ਲਾ ਕੇ ਸਾਰੀ ਮਲਵਾਓ, ਫਿਰ ਛਾਨਣੀ ਲੈ ਕੇ ਸਾਰੀ ਛਾਣ ਲਵੋ। ਜਿਹੜੇ ਦਾਣੇ ਬਚਣ ਉਹ ਮੇਰਾ ਉੱਤਰ ਜਾਣੋ। ਨੌਰੰਗੇ ਨੇ ਇਹ ਸੁਣ ਕੇ ਮਨੁੱਖ ਭੇਜੇ ਤੇ ਸਾਰੇ ਕਾਜ਼ੀ ਮੁੱਲਾਂ ਬੁਲਾ ਲਏ। ਉਹਨਾਂ ਨੂੰ ਸਤਿਗੁਰੂ ਜੀ ਦੇ ਪਾਸ ਬਿਠਾ ਦਿੱਤਾ। ਜੋ ਇਹ ਕਹਿੰਦੇ ਹਨ ਉਸ ਨੂੰ ਸਮਝੋ। ਸਾਰੀ ਸੁਆਹ ਪਾਸ ਮੰਗਵਾਈ। ਬਹੁਤ ਮਨੁੱਖਾਂ ਨੂੰ ਕਹਿ ਕੇ ਹੱਥਾਂ ਨਾਲ ਮਲਵਾਇਆ। ਫਿਰ ਛਾਨਣੀਆਂ ਫੜ ਕੇ ਛਾਨਣ ਲੱਗੇ। ਮਲ ਕੇ ਛਾਨਣੀਆਂ ਦੇ ਵਿੱਚ ਪਾਉਂਦੇ ਸਨ। ਸਾਰੀ ਭਸਮ ਛਾਣ ਲਈ। ਉਸ ਵਿੱਚੋਂ 3 ਸਾਬਤ ਮਿਰਚਾਂ ਨਿਕਲੀਆਂ। ਉਹਨਾਂ ਮਿਰਚਾਂ ਨੂੰ ਹੱਥਾਂ ਨਾਲ ਬਹੁਤ ਮਸਲਿਆ, ਪਰ ਉਹ ਟੁੱਟੀਆਂ ਨਹੀਂ। ਸਾਰਿਆਂ ਨੇ ਵੇਖਿਆ। ਸਾਰੀ ਭਸਮ ਵਿੱਚੋਂ ਉਹ 3 ਮਿਰਚਾਂ ਸਾਬਤ ਰਹੀਆਂ, ਜਿਵੇਂ ਦੀਆਂ ਤਿਵੇਂ ਹਰ ਕੋਈ ਵੇਖਦਾ ਸੀ, ਜਿਨ੍ਹਾਂ ਦੇ ਅੱਗ ਨੇੜੇ ਵੀ ਨਹੀਂ ਗਈ ਸੀ। ਵੇਖ ਕੇ ਲੋਕ ਬਹੁਤ ਹੈਰਾਨ ਹੋ ਰਹੇ ਸਨ। ਫਿਰ ਨੌਰੰਗੇ ਨੇ ਉਹਨਾਂ ਨੂੰ ਆਪਣੇ ਹੱਥ ਉੱਤੇ ਧਰਿਆ ਤੇ ਗੁਰੂ ਜੀ ਨੂੰ ਉਹ ਕਹਿਣ ਲੱਗਾ, ਇਸ ਵਿੱਚ ਤੁਹਾਡਾ ਕੀ ਉੱਤਰ ਹੈ? ਜਿਵੇਂ ਅਸੀਂ ਪ੍ਰਗਟ ਰੂਪ ਵਿੱਚ ਉਚਾਰਨ ਕਰਕੇ ਪੁੱਛਿਆ ਹੈ। ਇਹਨਾਂ ਵਿੱਚ ਕਿਹੜੀ ਕਰਾਮਾਤ ਵਿਖਾਈ ਦਿੰਦੀ ਹੈ? ਮਿਰਚਾਂ ਦੇ ਵੱਡੇ ਢੇਰ ਵਿੱਚੋਂ 3 ਬਚਾਈਆਂ ਹਨ। ਅਸੀਂ ਕੀ ਜਾਣੀਏ, ਇਹ ਦੱਸ ਦਿਓ। ਸਾਡਾ ਦੀਨ ਮੰਨਿਆ ਹੈ ਕਿ ਮਨ ਵਿੱਚ ਨਹੀਂ ਲਿਆਏ ਹੋ। ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਹਾਲੇ ਤੱਕ ਤੁਸੀਂ ਉੱਤਰ ਨਹੀਂ ਪਾਇਆ ਹੈ। ਜਿਵੇਂ ਖੁਦਾ ਦੀ ਮਰਜ਼ੀ ਹੈ ਉਸ ਤਰ੍ਹਾਂ ਦਾ ਉੱਤਰ ਇਹ ਮਿਰਚਾਂ ਕਹਿ ਰਹੀਆਂ ਹਨ। ਸਾਰੇ ਧਰਮਾਂ ਨੂੰ ਇੱਕ ਧਰਮ ਕਰਦਿਆਂ ਇਹ ਤੇਰੀ ਚਾਹਤ ਹੈ। ਅਸੀਂ ਖੁਦਾ ਦੀ ਮਰਜ਼ੀ ਨਹੀਂ ਵੇਖੀ ਹੈ। ਪਹਿਲਾਂ ਜਗਤ ਵਿੱਚ ਹਿੰਦੂ ਤੁਰਕ ਦੋਵੇਂ ਜਾਤਾਂ ਸਨ, ਹੁਣ ਇਹ 3 ਹੋ ਗਈਆਂ ਸਮਝੋ। ਤੁਹਾਡਾ ਮਨੋਰਥ ਖਾਲੀ ਰਹੇਗਾ, ਅਨੇਕਾਂ ਯਤਨਾਂ ਦੇ ਨਾਲ ਵੀ ਪੂਰਾ ਨਹੀਂ ਹੋਵੇਗਾ। ਅਸੀਂ ਤੁਸੀਂ ਜੀਵ ਉਸ ਖੁਦਾ ਦੇ ਅੱਗੇ ਕੀ ਹਾਂ, ਆਪਣੀ ਸ਼ਕਤੀ ਵਿਖਾਉਣ ਲੱਗੇ ਹਾਂ। ਸਾਰੀ ਖਲਕਤ ਖਾਲਕ ਦੀ ਰਹਿਣੀ ਚਾਹੀਦੀ ਹੈ ਤੇ ਇਸ ਵਿੱਚ ਆਪਾਂ ਨਾ ਜਣਾਈਏ। ਆਪਣਾ ਧਰਮ ਸਾਰਿਆਂ ਨੂੰ ਪਿਆਰਾ ਹੈ। ਸੁੱਖ ਦੀ ਇੱਛਾ ਵਾਲੇ ਦੁਖੀ ਹੋ ਕੇ ਵੀ ਆਪਣਾ ਧਰਮ ਨਹੀਂ ਛੱਡਦੇ ਹਨ। ਜਿਹੜੇ ਆਪਣਾ ਧਰਮ ਰੱਖਣਗੇ ਉਹ ਉੱਤਮ ਗਤੀ ਪ੍ਰਾਪਤ ਕਰਨਗੇ। ਪਰੰਪਰਾ ਦੀ ਮਹਾਨ ਰੀਤੀ ਹੈ, ਇਸ ਨੂੰ ਕੌਣ ਨਾਸ਼ ਕਰ ਸਕਦਾ ਹੈ? ਇਸ ਧਰਤੀ ਤੇ ਬਹੁਤ ਵੱਡੇ ਲੋਕ ਹੋਏ ਹਨ ਜਿਹੜੇ ਮਹਾਨ ਪ੍ਰਤਾਪ ਵਾਲੇ ਅਤੇ ਵੱਡੇ ਸਮਰੱਥ ਹਨ।
ਹੰਕਾਰ ਕਰਕੇ ਜੋ ਉਲਟ ਰੀਤੀ ਕਰਦੇ ਹਨ, ਉਹ ਮੂਲ ਸਮੇਤ ਇਸ ਦੁਨੀਆ ਤੋਂ ਪੁੱਟੇ ਜਾਂਦੇ ਹਨ। ਜਿਸ ਪ੍ਰਭੂ ਨੇ ਇਹ ਜੀਵ ਪੈਦਾ ਕੀਤੇ ਹਨ, ਉਹ ਹੀ ਇਹਨਾਂ ਦੀ ਰੱਖਿਆ ਕਰਕੇ ਸਹਾਇਕ ਬਣਦਾ ਹੈ। ਹੋਰ ਕਿਸੇ ਵਿੱਚ ਕੀ ਸ਼ਕਤੀ ਹੈ ਜਿਹੜਾ ਕੁਕਰਮ ਦਾ ਕਾਰਜ ਕਰਨਾ ਚਾਹੁੰਦਾ ਹੋਵੇ। ਇਸ ਕਰਕੇ ਮਿਰਚਾਂ ਦਾ ਦ੍ਰਿਸ਼ਟਾਂਤ ਦਿੱਤਾ ਹੈ। ਪ੍ਰਭੂ ਦੀ ਮਰਜ਼ੀ ਪ੍ਰਗਟ ਰੂਪ ਵਿੱਚ ਵੇਖੀ ਹੈ। ਧਰਮ ਇੱਕ ਨਹੀਂ ਹੋਵੇਗਾ, ਦੋ ਵੀ ਨਹੀਂ ਰਹਿਣਗੇ, ਤਿੰਨ ਬਣਨਗੇ, ਫਿਰ ਸਥਿਰਤਾ ਪਾਉਣਗੇ। ਇਹ ਖੁਦਾ ਦੀ ਰਜ਼ਾ ਸਮਝੋ, ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ ਹੈ। ਪ੍ਰਭੂ ਦੀ ਆਗਿਆ ਅਨੁਸਾਰ ਚੱਲਣਾ ਚਾਹੀਦਾ ਹੈ। ਸਾਡੀ ਇਸ ਧਰਮ ਰੀਤੀ ਨੂੰ ਸਮਝੋ। ਇਸ ਤਰ੍ਹਾਂ ਸਤਿਗੁਰੂ ਜੀ ਪਾਸੋਂ ਸੁਣ ਕੇ ਤੁਰਕ ਬਾਦਸ਼ਾਹ ਨੇ ਸਤਿਗੁਰੂ ਜੀ ਨੂੰ ਕੈਦਖਾਨੇ ਵਿੱਚ ਭੇਜ ਦਿੱਤਾ। ਸਾਰੀ ਸਭਾ ਵਿੱਚ ਬੈਠਾ ਨੌਰੰਗਾ ਆਪਣੇ ਹਿਰਦੇ ਦੇ ਵਿਚਾਰ ਉਚਾਰਨ ਕਰ ਰਿਹਾ ਸੀ। ਇਹ ਹਿੰਦੂਆਂ ਦੇ ਗੁਰੂ ਕਹਾਉਂਦੇ ਹਨ। ਕਰਾਮਾਤ ਇਹਨਾਂ ਵਿੱਚ ਪ੍ਰਗਟ ਰੂਪ ਵਿੱਚ ਦਿਖਾਈ ਦੇ ਰਹੀ ਹੈ। ਇੰਨੇ ਵੱਡੇ ਅੱਗ ਦੇ ਭਾਂਬੜ ਵਿੱਚ 3 ਮਿਰਚਾਂ ਸੜਨ ਨਹੀਂ ਦਿੱਤੀਆਂ, ਸਾਨੂੰ ਵਿਖਾ ਦਿੱਤੀਆਂ ਹਨ। ਹੋਰ 5 ਮਣ ਮਿਰਚਾਂ ਸਾਰੀਆਂ ਸੜ ਗਈਆਂ ਹਨ। 3 ਮਿਰਚਾਂ ਤੋਂ ਬਗੈਰ ਹੋਰ ਇੱਕ ਵੀ ਨਹੀਂ ਬਚੀ ਹੈ। ਇਹ ਕਰਾਮਾਤ ਨਹੀਂ ਵਿਖਾਉਣਗੇ ਤੇ ਨਾ ਹੀ ਕਲਮਾ ਪੜ੍ਹ ਕੇ ਸ਼ਰ੍ਹਾ ਵਿੱਚ ਆਉਣਗੇ। ਆਪਣੇ ਹੱਠ ਨੂੰ ਦ੍ਰਿੜ ਰਹਿ ਕੇ ਪਾਲਣਗੇ ਤੇ ਸਾਡੇ ਕਹਿਣ ਉੱਤੇ ਵੀ ਨਹੀਂ ਚੱਲਣਗੇ। ਕੈਦ ਵਿੱਚ ਪਏ ਬਹੁਤ ਦੁੱਖ ਪਾਉਣਗੇ, ਫਿਰ ਵੀ ਇੱਕ ਵਾਰ ਨਹੀਂ ਮੰਨਣਗੇ। ਇਹ ਸੁਣ ਕੇ ਸ਼ਰ੍ਹਾ ਦੇ ਰੱਸੇ ਨਾਲ ਬੰਨੇ ਹੋਏ ਅੰਨੀ ਮੱਤ ਵਾਲੇ ਮੌਲਵੀ, ਕਾਜ਼ੀ ਅਤੇ ਉਮਰਾਵ ਨੌਰੰਗੇ ਨੂੰ ਕਹਿਣ ਲੱਗੇ, ਕੈਦ ਵਿੱਚ ਰੱਖੋ, ਸਬਕ ਸਿੱਖਣ, ਸਭ ਪ੍ਰਕਾਰ ਦੁਖੀ ਹੋ ਕੇ ਰਹਿਣ। ਇਹਨਾਂ ਨੂੰ ਕਿਸੇ ਦੇ ਨਾਲ ਮਿਲਣ ਨਾ ਦਿਓ। ਇਹਨਾਂ ਦੇ ਅੰਗਾਂ ਨੂੰ ਬੰਨ੍ਹ ਲਵੋ ਤਾਂ ਕਿ ਕਸ਼ਟ ਪਾਉਣ। ਬਹੁਤ ਦਿਨਾਂ ਵਿੱਚ ਵਿਆਕੁਲ ਹੋ ਜਾਣਗੇ, ਫਿਰ ਤੁਹਾਡੇ ਕਹੇ ਵਿੱਚ ਚੱਲਣਗੇ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਚਲੇ ਗਏ ਤੇ ਕੈਦਖਾਨੇ ਵਿੱਚ ਜਾ ਕੇ ਬੈਠ ਗਏ। ਦਿੱਲੀ ਨਗਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਸਿੱਖ ਵਸਦੇ ਸਨ। ਉਹ ਹਿਰਦੇ ਵਿੱਚ ਬੜਾ ਪ੍ਰੇਮ ਭਾਵ ਧਾਰਨ ਕਰਦੇ ਸਨ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 48ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।